Hello friends, welcome to on my YouTube channel Be Educational Winners। फ्रेंड्स आज ਅਸੀਂ ਮੋਸਟ ਇੰਪੋਰਟੈਂਟ ਟੌਪਿਕ ਜੋ ਵਰਲਡ ਹਿਸਟਰੀ ਦਾ ਟੌਪਿਕ ਹੈ ਪਹਿਲਾ ਵਿਸ਼ਵ ਯੁੱਧ ਫਸਟ ਵਰਲਡ ਵਾਰ ਇਸ ਦੇ ਇੰਪੋਰਟੈਂਟ ਕੁਐਸਚਨ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਐਗਜ਼ਾਮ ਰੈਲੇਵੈਂਟ ਸਾਰੇ ਹੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਮੇਨ ਓਵਰਵਿਊ ਲੈ ਚੁੱਕੇ ਹਾਂ ਪਹਿਲਾ ਵਿਸ਼ਵ ਯੁੱਧ ਕਿਵੇਂ ਹੋਇਆ, ਕੀ ਰੀਜ਼ਨ ਕਰਕੇ ਹੋਇਆ। ਸੋ ਪਾਰਟ 1 ਦੇ ਵਿੱਚ ਅਸੀਂ ਰੀਜ਼ਨ ਕਰ ਚੁੱਕੇ ਹਾਂ। ਅੱਜ ਅਸੀਂ ਮੇਨ ਇੰਪੋਰਟੈਂਟ ਸਾਰੇ ਹੀ ਕੁਐਸਚਨ ਇਸ ਦੇ ਵਿੱਚ ਕਵਰ ਕਰਾਂਗੇ। ਸੋ ਜੇਕਰ ਅਸੀਂ ਗੱਲ ਕਰੀਏ ਪਹਿਲੇ ਵਿਸ਼ਵ ਯੁੱਧ ਦੀ ਤੇ 1914 ਤੋਂ 18 ਈਸਵੀ ਤੱਕ ਲੜਿਆ ਗਿਆ। 3 ਮਹਾਦੀਪਾਂ ਦੇ ਵਿੱਚ ਯੂਰਪ, ਏਸ਼ੀਆ ਤੇ ਅਫਰੀਕਾ ਦੇ ਵਿੱਚ ਲੜਿਆ ਜਾਣ ਵਾਲਾ ਇਹ ਯੁੱਧ ਸੀ। ਠੀਕ ਹੈ, ਸੋ ਇਹ ਜਲ ਥਲ ਆਕਾਸ਼ ਦੇ ਵਿੱਚ ਜਲ ਥਲ ਵਾਯੂ ਦੇ ਵਿੱਚ ਇਹ ਲੜਿਆ ਜਾਣ ਵਾਲਾ ਯੁੱਧ ਸੀ ਜੋ ਕਿ ਬਹੁਤ ਜ਼ਿਆਦਾ ਭਿਆਨਕ ਸੀ। ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਕੀਤਾ ਕਿਵੇਂ ਕਿੰਨੇ ਲੋਕੀ ਜਾਨਾਂ ਗਵਾ ਗਏ। ਠੀਕ ਹੈ, ਕਿੰਨੇ ਜ਼ਿਆਦਾ ਖੇਤਰ ਇਸ ਵਿੱਚ ਸ਼ਾਮਲ ਹੋ ਗਏ ਸਨ। 37 ਦੇਸ਼ਾਂ ਨੇ ਇਸ ਵਿੱਚ ਭਾਗ ਲਿਆ। ਠੀਕ ਹੈ, ਸੋ ਅਸੀਂ ਸਾਰੇ ਹੀ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਇਸ ਦਾ ਓਵਰਵਿਊ ਲੈ ਚੁੱਕੇ ਹਾਂ ਜੋ ਕਿ ਫਸਟ ਵਰਲਡ ਵਾਰ ਦੇ ਰੀਜ਼ਨ ਹਨ। ਠੀਕ ਹੈ, ਸੋ ਇਸੇ ਕਰਕੇ ਹੀ ਸ਼ਾਇਦ ਇਸ ਨੂੰ ਇੰਨਾ ਜ਼ਿਆਦਾ ਖੇਤਰ ਇਸ ਦੇ ਵਿੱਚ ਵਿਸ਼ਾਲ ਹੋਣ ਕਾਰਨ ਲੋਕਾਂ ਦੀਆਂ ਇਸ ਵਿੱਚ ਜਾਨਾਂ ਜਾਣ ਕਾਰਨ। ਠੀਕ ਹੈ, ਸੋ ਸਾਰੇ ਦੇਸ਼ਾਂ ਦਾ ਇੱਕ ਦੂਜੇ ਨੂੰ ਪਿੱਛੇ ਛੱਡਣ ਦੀ ਜੋ ਲਾਲਸਾ ਸੀ, ਠੀਕ ਹੈ, ਇੱਕ ਮੇਨ ਰੀਜ਼ਨ ਸੀ। ਉਸ ਕਰਕੇ ਵੀ ਇਸ ਨੂੰ ਜੋ ਹੈ ਗ੍ਰੇਟ ਵਾਰ, ਗਲੋਬਲ ਵਾਰ ਦਾ ਜੋ ਹੈ ਉਹ ਨਾਮ ਦਿੱਤਾ ਗਿਆ ਹੈ ਕਿਉਂਕਿ ਇਹ ਯੂਰਪ ਦੇ 3 ਮਹਾਦੀਪਾਂ ਦੇ ਵਿੱਚ ਲਗਭਗ ਇਸ ਦੇ ਵਿੱਚ ਯੂਰਪ ਦੇ ਕਾਫੀ ਦੇਸ਼ ਜੋ ਸਨ ਸ਼ਾਮਲ ਹੋ ਗਏ ਸਨ। ਸੋ ਇਸ ਕਰਕੇ ਇਸ ਨੂੰ ਗ੍ਰੇਟ ਵਾਰ, ਗਲੋਬਲ ਵਾਰ ਦਾ ਨਾਮ ਦਿੱਤਾ ਗਿਆ ਹੈ। ਸੋ ਅਸੀਂ ਗੱਲ ਕਰਦੇ ਹਾਂ ਅੱਜ ਮੇਨ ਇੰਪੋਰਟੈਂਟ ਇਸ ਦੇ ਇੰਪੋਰਟੈਂਟ ਫੈਕਟ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸਮਝਾਂਗੇ ਜੋ ਇੱਕ ਪਾਸੇ ਧੁਰੀ ਦੇਸ਼ ਆ ਜਾਂਦੇ ਹਨ, ਇੱਕ ਪਾਸੇ ਮਿੱਤਰ ਦੇਸ਼ ਆ ਜਾਂਦੇ ਹਨ। ਸੋ ਅਸੀਂ ਮਿੱਤਰ ਦੇਸ਼ ਕਿਹੜੇ ਹਨ, ਧੁਰੀ ਦੇਸ਼ ਕਿਹੜੇ ਹਨ, ਇਹਨਾਂ ਨੂੰ ਸਮਝਣਾ ਹੈ। ਜੇਕਰ ਅਸੀਂ ਮਿੱਤਰ ਦੇਸ਼ ਦੀ ਗੱਲ ਕਰੀਏ, ਜਿਹੜੇ ਇੱਧਰਲੀ ਸਾਈਡ ਵਿੱਚ ਐਡ ਹੁੰਦੇ ਜਾਣਗੇ ਉਹ ਮਿੱਤਰ ਦੇਸ਼ ਕਹਿਲਾਉਣਗੇ, ਜਿਹੜੇ ਇੱਧਰਲੀ ਸਾਈਡ ਵਿੱਚ ਐਡ ਹੁੰਦੇ ਜਾਣਗੇ ਉਹ ਧੁਰੀ ਦੇਸ਼ ਅਖਵਾਉਣਗੇ। ਹੁਣ ਸਰਬੀਆ ਦੇ ਸ਼ਾਸਕ ਗੈਬਰੀਅਲ ਪ੍ਰਿੰਸਿਪ ਦੀ ਅਸੀਂ ਗੱਲ ਕੀਤੀ ਸੀ ਕਿ ਇਸ ਨੇ ਆਸਟਰੀਆ ਹੰਗਰੀ ਦੇ ਰਾਜਕੁਮਾਰ ਫ੍ਰਾਂਸਿਸ ਫਰਡੀਨੈਂਡ ਦੀ ਤੇ ਉਸ ਦੀ ਪਤਨੀ ਦੀ 28 ਜੂਨ 1914 ਨੂੰ ਹੱਤਿਆ ਕਰ ਦਿੱਤੀ। ਤੇ ਆਸਟਰੀਆ ਹੰਗਰੀ ਦਾ ਜੋ ਸ਼ਾਸਕ ਸੀ ਫ੍ਰੈਂਚ ਜੋਸਫ, ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਠੀਕ ਹੈ, ਸੋ ਇੱਥੇ ਦੇ ਸ਼ਾਸਕ ਨੇ ਕੀ ਕੀਤਾ, ਸਰਬੀਆ ਦੇ ਸ਼ਾਸਕ ਨੂੰ ਸਮਾਂ ਦਿੱਤਾ ਕਿ ਉਹ ਜਿਹੜਾ ਵੀ ਅਪਰਾਧੀ ਹੈ ਉਸਨੂੰ ਸਾਹਮਣੇ ਕਰੇ, ਪਰ ਇਸ 'ਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ। 28 ਜੂਨ 1914 ਨੂੰ ਇਸ ਦੀ ਜੋ ਹੈ ਹੱਤਿਆ ਹੁੰਦੀ ਹੈ ਤੇ ਇਸ ਦੇ ਨਾਲ ਹੀ ਜੋ ਯੁੱਧ ਦੀ ਸ਼ੁਰੂਆਤ ਹੋ ਜਾਂਦੀ ਹੈ ਉਸ ਦਾ ਸਮਾਂ ਹੈ 28 ਜੁਲਾਈ। ਠੀਕ ਹੈ, 28 ਜੁਲਾਈ ਨੂੰ ਹੀ ਫਿਰ ਯੁੱਧ ਦੀ ਸ਼ੁਰੂਆਤ ਹੋ ਜਾਂਦੀ ਹੈ। ਤੇ ਇਸ ਦੇ ਵਿੱਚ ਤੁਸੀਂ ਮੇਨ ਇੰਪੋਰਟੈਂਟ ਗੱਲ ਕੀ ਯਾਦ ਰੱਖਣੀ ਹੈ, ਕਿਵੇਂ ਕਿਵੇਂ ਦੇਸ਼ਾਂ ਦਾ ਇਸ ਵਿੱਚ ਸਾਥ ਹੁੰਦਾ ਹੈ। ਜਦੋਂ ਇਹ ਆਪਸ ਵਿੱਚ ਯੁੱਧ ਦੀ ਇਹਨਾਂ ਦੀ ਘੋਸ਼ਣਾ ਹੋ ਜਾਂਦੀ ਹੈ, ਆਪਸ ਵਿੱਚ ਇਹ ਆਮੋ ਸਾਹਮਣੇ ਹੋ ਜਾਂਦੇ ਹਨ ਤੇ ਆਸਟਰੀਆ ਨੂੰ ਜਰਮਨੀ ਕਹਿੰਦਾ ਹੈ ਕਿ ਤੂੰ ਇਕੱਲਾ ਨਹੀਂ ਆ, ਤੂੰ ਸਿਰਫ ਇਕੱਲਾ ਨਹੀਂ ਹੈ, ਮੈਂ ਤੇਰੇ ਨਾਲ ਆ। ਜਰਮਨੀ ਇੱਥੇ ਆਸਟਰੀਆ ਦਾ ਸਾਥ ਦੇਣ ਲਈ ਨਾਲ ਆ ਜਾਂਦਾ ਹੈ ਤੇ ਜਦੋਂ ਜਰਮਨੀ ਇੱਧਰ ਆ ਜਾਂਦਾ ਹੈ ਤਾਂ ਸਰਬੀਆ ਦਾ ਸਾਥ ਦੇਣ ਲਈ ਕਿਹੜਾ ਦੇਸ਼ ਅੱਗੇ ਆ ਜਾਂਦਾ ਹੈ, ਰੂਸ। ਰੂਸ ਕਹਿੰਦਾ ਹੈ ਕਿ ਸਰਬੀਆ ਤੇਰੇ ਹੁੰਦਿਆਂ ਮੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਤੇ ਜਰਮਨੀ ਆਸਟਰੀਆ ਨੂੰ ਕਹਿੰਦਾ ਹੈ ਤੇਰੇ ਹੁੰਦਿਆਂ ਜੋ ਹੈ ਮੇਰੇ ਹੁੰਦਿਆਂ ਤੈਨੂੰ ਘਬਰਾਉਣ ਦੀ ਲੋੜ ਨਹੀਂ। ਸੋ ਇੱਧਰ ਜਰਮਨੀ ਆ ਜਾਂਦਾ ਹੈ ਧੁਰੀ ਦੇਸ਼ ਦੇ ਵੱਲ, ਇੱਧਰ ਮਿੱਤਰ ਦੇਸ਼ਾਂ ਦੇ ਵਿੱਚ ਰੂਸ ਸ਼ਾਮਲ ਹੋ ਜਾਂਦਾ ਹੈ। ਹੁਣ ਇਹਨਾਂ ਦੀ ਗੱਲ ਚੱਲਦੀ ਸੀ, ਰੌਲਾ ਤਾਂ ਇਹਨਾਂ ਦਾ ਸੀ ਕਿਉਂਕਿ ਹੱਤਿਆ ਤਾਂ ਆਸਟਰੀਆ ਹੰਗਰੀ ਦੇ ਰਾਜਕੁਮਾਰ ਦੀ ਹੋਈ ਸੀ, ਪਰ ਮੇਨ ਹੁਣ ਯੁੱਧ ਦੀ ਘੋਸ਼ਣਾ ਕਿਹਨੇ ਕਿੱਧਰ ਕਰ ਦੇਣੀ ਹੈ, ਜਰਮਨੀ ਨੇ ਰੂਸ ਵੱਲ ਕਰ ਦੇਣੀ ਹੈ ਇਹਨਾਂ ਦੇ ਆਪਸ ਦੇ ਵਿੱਚ। ਤੇ ਜੇਕਰ ਸਮਾਂ ਤੁਹਾਨੂੰ ਪੁੱਛਿਆ ਜਾਵੇ ਜਰਮਨੀ ਨੇ ਰੂਸ ਦੇ ਲਈ ਜੋ ਹੈ ਕਦੋਂ ਘੋਸ਼ਣਾ ਕੀਤੀ ਤਾਂ 28 ਜੁਲਾਈ ਦਾ ਅਸੀਂ ਸਮਾਂ ਯਾਦ ਰੱਖਣਾ ਹੈ। ਜਦੋਂ ਯੁੱਧ ਸਟਾਰਟ ਹੁੰਦਾ ਹੈ ਪਹਿਲਾ ਵਿਸ਼ਵ ਯੁੱਧ ਤਾਂ 3 ਦਿਨਾਂ ਬਾਅਦ ਹੀ, ਕਿਉਂਕਿ ਜਰਮਨੀ ਦੀ ਜੋ ਹੈ ਈਗੋ ਹਰਟ ਹੁੰਦੀ ਹੈ, ਦੂਜੇ ਪਾਸੇ ਰੂਸ ਉਸ ਦਾ ਸਾਥ ਦੇਣਾ ਚਾਹੁੰਦਾ ਹੈ। ਜਰਮਨੀ ਪਹਿਲਾਂ ਕਹਿੰਦਾ ਹੈ ਮੈਂ ਰੂਸ ਦੇ ਨਾਲ ਹੀ ਸਿੱਧਾ ਜੋ ਹੈ ਲੋਹਾ ਲਵਾਂਗਾ, ਇਸ ਦੇ ਨਾਲ ਭਿੜਾਂਗਾ। ਸੋ 3 ਦਿਨਾਂ ਬਾਅਦ ਹੀ 1 ਅਗਸਤ ਦਾ ਜੋ ਟਾਈਮ ਸੀ ਤੁਸੀਂ ਯਾਦ ਰੱਖਣਾ ਹੈ, 1 ਅਗਸਤ 1914 ਨੂੰ ਜਰਮਨੀ ਰੂਸ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੰਦਾ ਹੈ। ਠੀਕ ਹੈ, ਸੋ ਉਸ ਦੇ ਨਾਲ ਯੁੱਧ ਜੋ ਹੈ ਉਸਦਾ ਜੋ ਹੈ ਘੋਸ਼ਣਾ ਕਰ ਦਿੰਦਾ ਹੈ। ਠੀਕ ਹੈ, ਸੋ ਇਸ ਦਾ ਸਮਾਂ ਤੁਸੀਂ ਯਾਦ ਰੱਖਣਾ ਹੈ 1 ਅਗਸਤ। ਹੁਣ ਜਰਮਨੀ ਨੇ ਰੂਸ ਦੇ ਵਿਰੁੱਧ 1 ਅਗਸਤ ਨੂੰ ਘੋਸ਼ਣਾ ਕਰ ਦਿੱਤੀ। ਹੁਣ ਕਿਤੇ ਨਾ ਕਿਤੇ ਸਾਰੇ ਜੋ ਦੇਸ਼ਾਂ ਦੇ ਵਿੱਚ, ਸਾਰੇ ਯੂਰਪ ਦੇ ਵਿੱਚ ਕਿਤੇ ਨਾ ਕਿਤੇ ਜੋ ਮੇਨ ਇੰਪੋਰਟੈਂਟ ਦੇਸ਼ ਸਨ, ਸ਼ਕਤੀਆਂ ਬਣ ਚੁੱਕੀਆਂ ਸਨ, ਉਹਨਾਂ ਦਾ ਕਿਤੇ ਨਾ ਕਿਤੇ ਸੰਤੁਲਨ ਪਹਿਲਾਂ ਹੀ ਵਿਗੜਿਆ ਸੀ। ਸੋ ਕਿਸੇ ਨੇ ਕਿਸੇ ਦਾ ਸਾਥ ਦੇਣ ਤਾਂ ਆਉਣਾ ਹੀ ਸੀ। ਹੁਣ ਜਰਮਨੀ ਜੋ ਹੈ, ਜਰਮਨੀ ਦਾ ਜੋ ਗੁਆਂਢੀ ਦੇਸ਼ ਹੁੰਦਾ ਹੈ, ਇੱਥੇ ਤੁਸੀਂ ਯਾਦ ਰੱਖਣਾ ਹੈ ਜਰਮਨੀ ਦਾ ਗੁਆਂਢੀ ਦੇਸ਼ ਕੀ ਹੁੰਦਾ ਹੈ, ਫਰਾਂਸ। ਠੀਕ ਹੈ, ਤੇ ਦੂਜੇ ਪਾਸੇ ਇੱਥੇ ਸਰਬੀਆ ਦਾ ਰੂਸ ਸਾਥ ਦੇ ਰਿਹਾ ਹੈ ਤੇ ਰੂਸ ਦਾ ਜੋ ਹੈ ਮਿੱਤਰ ਦੇਸ਼ ਹੁੰਦਾ ਹੈ ਫਰਾਂਸ। ਇੱਧਰ ਫਰਾਂਸ ਮਿੱਤਰ ਦੇਸ਼ ਬਣ ਜਾਂਦਾ ਹੈ, ਇੱਧਰ ਦੇਸ਼ ਗੁਆਂਢੀ ਦੇਸ਼ ਬਣ ਜਾਂਦਾ ਹੈ।
ਹੁਣ ਰੂਸ ਕੀ ਕਰਦਾ ਹੈ, ਆਪਣੇ ਮਿੱਤਰ ਦੇਸ਼ ਨੂੰ ਕਹਿੰਦਾ ਹੈ ਕਿ ਤੇਰਾ ਗੁਆਂਢੀ ਦੇਸ਼ ਮੈਨੂੰ ਯੁੱਧ ਲਈ ਜੋ ਹੈ ਕਹਿ ਰਿਹਾ ਹੈ, ਇੱਕ ਵਾਰ ਤੂੰ ਇਸ ਦੇ ਨਾਲ ਆਪਸ ਦੇ ਵਿੱਚ ਹੀ ਗੱਲਬਾਤ ਕਰ ਲਿਆ ਕਿ ਇਹ ਜੋ ਹੈ ਸੱਚੀ ਜੋ ਹੈ ਬਿਲਕੁਲ ਇਹ ਗੱਲ ਸਹੀ ਹੈ ਕਿ ਉਹ ਯੁੱਧ ਮਤਲਬ ਕੀ ਕਰਨਾ ਚਾਹੁੰਦਾ। ਕਿਤੇ ਨਾ ਕਿਤੇ ਇੱਧਰੋਂ ਸੰਦੇਸ਼ ਫਰਾਂਸ ਦੇ ਵੱਲ ਭੇਜਿਆ ਗਿਆ। ਜਦੋਂ ਫਰਾਂਸ ਨੇ ਜਰਮਨੀ ਦੇ ਨਾਲ ਗੱਲ ਕੀਤੀ, ਵੀ ਸਮਝਾਉਣ ਦੀ ਗੱਲ ਕੀਤੀ ਰੂਸ ਦੇ ਕਹਿਣ 'ਤੇ, ਤਾਂ ਜਰਮਨੀ ਕਹਿੰਦਾ ਕਿ ਮੈਂ ਰੂਸ ਨੂੰ ਤਾਂ ਬਾਅਦ ਵਿੱਚ ਹੀ ਦੇਖਾਂਗਾ, ਠੀਕ ਹੈ, ਰੂਸ ਨੂੰ ਤਾਂ ਬਾਅਦ ਵਿੱਚ ਹੀ ਨਿਪਟਾਂਗਾ। ਉਸਨੇ ਕੀ ਕੀਤਾ, ਉਸਨੇ ਨਾਲ ਹੀ 2 ਦਿਨਾਂ ਬਾਅਦ ਹੀ 3 ਅਗਸਤ ਨੂੰ ਉਸਨੇ ਕੀ ਕੀਤਾ, ਉਸਨੇ ਕਿਹਾ ਫਰਾਂਸ ਤੂੰ ਵੀ ਮੇਰਾ ਦੁਸ਼ਮਣ ਹੈ, ਤੂੰ ਵੀ ਮੇਨ ਹੈ। ਉਸਨੇ ਫਰਾਂਸ ਦੇ ਵਿਰੁੱਧ ਵੀ ਯੁੱਧ ਦੀ ਘੋਸ਼ਣਾ ਕਰ ਦਿੱਤੀ। ਫਰਾਂਸ ਜੋ ਸੀ ਨਾ, ਜਰਮਨੀ ਨੇ ਫਰਾਂਸ ਦੇ ਵਿਰੁੱਧ ਵੀ ਯੁੱਧ ਦੀ ਘੋਸ਼ਣਾ ਕਰ ਦਿੱਤੀ। ਕਦੋਂ ਕੀਤੀ, ਤਾਂ 3 ਅਗਸਤ ਨੂੰ। 3 ਅਗਸਤ ਨੂੰ ਇਸ ਦੇ ਵਿਰੁੱਧ ਕਰ ਦਿੱਤੀ। ਰੂਸ ਦੇ ਵਿਰੁੱਧ ਉਸਨੇ ਕਦੋਂ ਕੀਤੀ ਸੀ, 1 ਅਗਸਤ ਨੂੰ, ਠੀਕ ਹੈ। ਸੋ ਇਹ ਸਮਾਂ ਤੁਸੀਂ ਯਾਦ ਰੱਖਣਾ ਹੈ। ਤਾਂ ਹੁਣ ਫਰਾਂਸ ਤਾਂ ਜੋ ਹੈ ਜਰਮਨੀ ਦੇ ਜੋ ਹੈ ਦੁਸ਼ਮਣ 'ਚ ਸੀ, ਆ ਗਿਆ ਲਿਸਟ ਦੇ ਵਿੱਚ, ਠੀਕ ਹੈ। ਸੋ ਫਰਾਂਸ ਨੇ ਵੀ ਕਿੱਧਰ ਸ਼ਾਮਲ ਹੋ ਜਾਣਾ ਹੈ, ਰੂਸ ਦੇ ਨਾਲ ਮਿੱਤਰ ਦੇਸ਼ਾਂ ਦੇ ਵਿੱਚ। ਹੁਣ ਜੋ ਮਿੱਤਰ ਦੇਸ਼ਾਂ ਦੀ ਹੈ ਉਸਦੀ ਸੰਖਿਆ ਵੱਧਦੀ ਜਾਣੀ ਹੈ। ਕਿਵੇਂ ਵੱਧਦੀ ਜਾਣੀ ਹੈ, ਕਿਉਂਕਿ ਜਦੋਂ ਜਰਮਨੀ ਨੇ ਫਰਾਂਸ ਦੇ ਉੱਤੇ ਜੋ ਹੈ ਹਮਲਾ ਕਰਨ ਜਾਣਾ ਹੈ, ਤਾਂ ਉਸਨੂੰ ਕਿਤੇ ਨਾ ਕਿਤੇ ਉਸਨੂੰ ਜੋ ਹੈ ਕਿੱਥੋਂ ਲੰਘਣਾ ਪੈਣਾ ਹੈ, ਉਸਨੂੰ ਇੱਕ ਦੇਸ਼ ਬੈਲਜੀਅਮ ਦੇ ਵਿੱਚੋਂ ਲੰਘਣਾ ਪੈਣਾ ਹੈ, ਠੀਕ ਹੈ। ਸੋ ਬੈਲਜੀਅਮ ਦੇ ਵਿੱਚੋਂ ਲੰਘਣਾ ਪੈਣਾ ਹੈ, ਤਾਂ ਬੈਲਜੀਅਮ ਦੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਡਰ ਜੋ ਹੈ ਉਹ ਪੈ ਗਿਆ ਸੀ, ਠੀਕ ਹੈ। ਉਸ ਦੀ ਰੱਖਿਆ ਦਾ ਹੁਣ ਬੈਲਜੀਅਮ ਦੀ ਰੱਖਿਆ, ਇੱਧਰ ਬੈਲਜੀਅਮ ਹੁੰਦਾ ਹੈ ਫਰਾਂਸ ਦੇ ਰਸਤੇ ਵਿੱਚ ਆਉਂਦਾ ਹੈ। ਹੁਣ ਬੈਲਜੀਅਮ ਦੀ ਵੀ ਤਾਂ ਕਿਸੇ ਨੇ ਜ਼ਿੰਮੇਵਾਰੀ ਲਈ ਹੋਏਗੀ ਵੀ ਤੇਰੇ ਤੇ ਜੇਕਰ ਤੇਰੇ ਸੀਮਾ ਦੇ ਵਿੱਚੋਂ ਕੋਈ ਲੰਘੇਗਾ, ਤੈਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਤਾਂ ਮੈਂ ਤੇਰੇ ਨਾਲ ਆ। ਹੁਣ ਬੈਲਜੀਅਮ ਦੀ ਜੋ ਰੱਖਿਆ ਦੀ ਜ਼ਿੰਮੇਵਾਰੀ ਕਿਹਦੇ ਕੋਲ ਸੀ, ਇੰਗਲੈਂਡ ਕੋਲ ਸੀ। ਹੁਣ ਜੇਕਰ ਜਰਮਨੀ ਨੇ ਰੂਸ ਦੇ ਨਾਲ ਪੰਗਾ ਲਿਆ, ਰੂਸ ਦੀ ਜੋ ਹੈ ਕਹਿਣ 'ਤੇ ਫਰਾਂਸ ਵਿੱਚ ਆ ਗਿਆ, ਫਰਾਂਸ ਦੇ ਨਾਲ ਯੁੱਧ ਆਪਣੀਆਂ ਜੋ ਹੈ ਭਿੜਨ ਗਿਆ, ਤਾਂ ਕਿਤੇ ਨਾ ਕਿਤੇ ਬੈਲਜੀਅਮ ਦੇ ਵਿੱਚੋਂ ਲੰਘਿਆ, ਬੈਲਜੀਅਮ ਦੀ ਰੱਖਿਆ ਲਈ ਇੰਗਲੈਂਡ ਵਿੱਚ ਆ ਗਿਆ। ਹੁਣ ਕਿਤੇ ਨਾ ਕਿਤੇ ਇੰਗਲੈਂਡ ਵੀ ਮਿੱਤਰ ਦੇਸ਼ਾਂ ਦੇ ਨਾਲ ਰਲ ਗਿਆ। ਇੰਗਲੈਂਡ ਦੇ ਨਾਲ ਵੀ ਫਿਰ ਜਰਮਨੀ ਨੇ ਕੀ ਕੀਤਾ, ਉਸਦੀ ਇੰਨੀ ਜ਼ਿਆਦਾ ਈਗੋ ਹਰਟ ਹੋ ਗਈ। ਜਰਮਨੀ ਇੱਕ ਛੋਟਾ ਦੇਸ਼ ਨਹੀਂ ਸੀ, ਜਰਮਨੀ ਬਹੁਤ ਜ਼ਿਆਦਾ ਪਾਵਰਫੁਲ ਸੀ। ਉਸਦੇ ਕੋਲ ਐਡਵਾਂਸਡ ਟੈਕਨੋਲੋਜੀ ਦੀਆਂ ਤੋਪਾਂ ਸੀ, ਬੰਦੂਕਾਂ ਸੀ। ਉਸਦੇ ਕੋਲ ਇੰਨੀ ਈਗੋ ਸੀ, ਉਹ ਕਹਿੰਦਾ ਸੀ ਪਹਿਲਾਂ ਜਿਹੜਾ ਦੇਸ਼ ਮੇਰੇ ਜੋ ਹੈ ਵਿਰੋਧ ਦੇ ਵਿੱਚ ਖੜਾ ਹੋਈ ਜਾਂਦਾ ਹੈ, ਮੇਰੀ ਰੁਕਾਵਟ ਬਣੀ ਜਾਂਦਾ ਹੈ, ਉਸ ਨੂੰ ਵੀ ਮੈਂ ਦੇਖ ਲੂੰਗਾ। ਹੁਣ 1 ਅਗਸਤ ਨੂੰ ਰੂਸ ਦੇ ਵਿਰੁੱਧ ਉਸਨੇ ਯੁੱਧ ਦਾ ਐਲਾਨ ਕੀਤਾ। 3 ਅਗਸਤ ਨੂੰ ਫਰਾਂਸ ਵਿੱਚ ਆ ਗਿਆ, ਠੀਕ ਹੈ, ਉਸ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਅਤੇ ਉਸ ਦੇ ਨਾਲ ਫਿਰ ਕਿਤੇ ਨਾ ਕਿਤੇ ਬੈਲਜੀਅਮ ਤੋਂ ਹੁੰਦੇ ਹੋਏ ਜਦੋਂ ਉਸਨੇ ਫਰਾਂਸ ਜਾਣਾ ਸੀ, ਇੰਗਲੈਂਡ ਉਸਦੀ ਰੱਖਿਆ ਵਿੱਚ ਆ ਗਿਆ। ਤਾਂ ਜਰਮਨੀ ਨੇ ਕੀ ਕੀਤਾ, ਜਰਮਨੀ ਨੇ ਕਿਹਾ ਵੀ ਮੈਂ ਹੁਣ ਸਭ ਤੋਂ ਪਹਿਲਾਂ ਤੈਨੂੰ ਹੀ ਨਿਪਟਦਾ ਹਾਂ। ਉਸਨੇ ਉਸ ਦੇ ਵਿਰੁੱਧ ਵੀ ਯੁੱਧ ਦੀ ਘੋਸ਼ਣਾ ਕਰ ਦਿੱਤੀ। ਕਦੋਂ ਕੀਤੀ, ਤਾਂ 8 ਅਗਸਤ ਨੂੰ, ਠੀਕ ਹੈ। ਸੋ ਇਸ ਤਰ੍ਹਾਂ ਦੀ ਇਹ ਸਟੋਰੀ ਬਣੀ। ਸੋ ਇੱਧਰ ਫਿਰ ਸਰਬੀਆ ਦੇ ਨਾਲ ਰੂਸ ਵੀ ਆ ਜਾਂਦਾ ਹੈ, ਫਰਾਂਸ ਵੀ ਆ ਜਾਂਦਾ ਹੈ, ਇੰਗਲੈਂਡ, ਬੈਲਜੀਅਮ ਦੇ ਨਾਲ ਜਾਪਾਨ ਵੀ ਇੱਧਰ ਆ ਜਾਂਦਾ ਹੈ, ਅਤੇ ਇਹ ਮਿੱਤਰ ਦੇਸ਼ ਬਣ ਜਾਂਦੇ ਹਨ। ਅਤੇ ਦੂਜੇ ਪਾਸੇ ਇਹ ਧੁਰੀ ਦੇਸ਼ ਬਣ ਜਾਂਦੇ ਹਨ, ਜਿਸ ਦੇ ਵਿੱਚ ਆਸਟਰੀਆ, ਹੰਗਰੀ, ਠੀਕ ਹੈ, ਅਤੇ ਨਾਲ ਇਸ ਦਾ ਸਾਥ ਦਿੱਤਾ ਸੀ ਜਰਮਨੀ ਨੇ। ਅਤੇ ਬਾਅਦ ਵਿੱਚ ਇਟਲੀ ਦੇਸ਼ ਸ਼ਾਮਲ ਹੁੰਦਾ ਹੈ ਇਸ ਦੇ ਵਿੱਚ, ਧੁਰੀ ਦੇਸ਼ਾਂ ਦੇ ਵਿੱਚ। ਉਹ ਹੁੰਦਾ ਹੈ ਅਪ੍ਰੈਲ 1915 ਦੇ ਵਿੱਚ, ਬਾਅਦ ਦੇ ਵਿੱਚ ਆ ਕੇ ਸ਼ਾਮਲ ਹੁੰਦਾ ਹੈ। ਸੋ ਇਸ ਤਰ੍ਹਾਂ ਸਾਰਾ ਜੋ ਹੈ ਸਟੋਰੀ ਬਣਦੀ ਹੈ, ਕਿਸ ਤਰ੍ਹਾਂ ਕਿਹੜੇ ਦੇਸ਼ ਵਿੱਚ ਆ ਕੇ ਜਰਮਨੀ ਸਿਰਫ ਈਗੋ ਦੇ ਵਿੱਚ ਹੀ ਸਾਰਿਆਂ ਦੇ ਨਾਲ ਯੁੱਧ ਦੀ ਘੋਸ਼ਣਾ ਕਰ ਦਿੰਦਾ ਹੈ ਕਿ ਮੈਂ ਪਾਵਰਫੁਲ ਹਾਂ, ਠੀਕ ਹੈ। ਕਿਉਂਕਿ ਉਸਦੀ ਜੋ ਫੋਰਸ ਸੀ ਨਾ, ਜੋ ਉਸਦੀ ਆਰਮੀ ਸੀ, ਸੈਨਿਕ ਸੀ, ਉਹ ਵੀ ਬਹੁਤ ਪਾਵਰਫੁਲ ਸਨ, ਠੀਕ ਹੈ। ਜੇਕਰ ਅਸੀਂ ਗੱਲ ਕਰੀਏ ਸਭ ਤੋਂ ਮੇਨ ਇਸਦੇ ਕੋਲ ਬਹੁਤ ਜ਼ਿਆਦਾ ਮਿਲਟਰੀ ਸੀ, ਸਭ ਕੁਛ ਸੀ। ਪਰ ਜੇਕਰ ਅਸੀਂ ਸੈਨਾ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਸੈਨਾ ਕਿਸ ਦੇਸ਼ ਕੋਲ ਸੀ, ਪਾਵਰਫੁਲ ਸੈਨਾ ਕਿਸ ਕੋਲ ਸੀ, ਤਾਂ ਉਸ ਦਾ ਫੈਕਟ ਤੁਸੀਂ ਯਾਦ ਰੱਖਣਾ ਹੈ, ਉਹ ਦੇਸ਼ ਰੂਸ ਸੀ। ਅਸੀਂ ਇੰਪੋਰਟੈਂਟ ਕੁਐਸਚਨ ਦੇ ਵਿੱਚ ਵੀ ਅੱਗੇ ਨੈਕਸਟ ਕਵਰ ਕਰ ਲਵਾਂਗੇ। ਰੂਸ ਦੇ ਕੋਲ ਸੀ ਸਭ ਤੋਂ ਜ਼ਿਆਦਾ ਫੋਰਸ ਤੇ ਪਾਵਰਫੁਲ ਜੋ ਸੀ ਸੈਨਾ, ਠੀਕ ਹੈ। ਸੋ ਕਿੰਨੀ ਸੀ, 12 ਮਿਲੀਅਨ ਦੇ ਕਰੀਬ ਸੀ। 1 ਮਿਲੀਅਨ ਜੋ ਹੈ ਦੇ ਵਿੱਚ 10 ਲੱਖ ਹੁੰਦੇ ਹਨ, ਤਾਂ ਤੁਸੀਂ ਹਿਸਾਬ ਲਾ ਸਕਦੇ ਹੋ 12 ਮਿਲੀਅਨ ਦੇ ਵਿੱਚ ਕਿੰਨੀ ਸੈਨਾ ਰੂਸ ਦੇ ਕੋਲ ਹੋਏਗੀ, ਠੀਕ ਹੈ। ਸੋ ਬਾਅਦ ਵਿੱਚ ਪਰ ਜਰਮਨੀ ਕੀ ਹੁੰਦਾ ਹੈ, ਇਸ ਯੁੱਧ ਦੇ ਵਿੱਚ ਜਰਮਨੀ ਹੈ ਜੋ ਇਸ ਤਰ੍ਹਾਂ ਈਗੋ ਦੇ ਵਿੱਚ ਸਾਰੇ ਦੇਸ਼ਾਂ ਨੂੰ ਉਸ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰਦਾ ਰਹਿੰਦਾ ਹੈ, ਅਤੇ ਬਾਅਦ ਵਿੱਚ ਜਰਮਨੀ ਦੀ ਹਾਰ ਵੀ ਹੁੰਦੀ ਹੈ, ਠੀਕ ਹੈ। ਅਤੇ ਹਾਰ ਦੇ ਨਾਲ ਜਰਮਨੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਬਾਅਦ ਵਿੱਚ ਸਾਰਾ ਖਰਚਾ ਇਸ ਵਰਲਡ ਵਾਰ ਦਾ ਜਰਮਨੀ 'ਤੇ ਪਾ ਦਿੱਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ, ਉਹ ਸਾਰੇ ਘਰ ਵਾਲਿਆਂ ਨੂੰ ਪੈਸਾ ਵੀ ਬਾਅਦ ਵਿੱਚ ਜਰਮਨੀ ਨੂੰ ਦੇਣਾ ਪੈਂਦਾ ਹੈ, ਠੀਕ ਹੈ।
ਤੇ 1 ਲੱਖ ਦੀ ਸੈਨਾ ਤੋਂ ਵੱਧ ਜਰਮਨੀ ਫਿਰ ਆਪਣੇ ਕੋਲ ਸੈਨਾ ਨਹੀਂ ਰੱਖ ਸਕਦਾ, ਉਸ ਦੀਆਂ ਤੋਪਾਂ, ਉਸ ਦੀ ਸਾਰੀ ਸ਼ਕਤੀ, ਕੋਈ ਗੁਪਤਚਰ ਨਹੀਂ ਰੱਖ ਸਕਦਾ, ਸਭ ਕੁਝ ਘਟਾ ਦਿੱਤਾ ਜਾਂਦਾ ਹੈ। ਠੀਕ ਹੈ, ਸੋ 10-20 ਸਾਲ ਤੱਕ ਜਰਮਨੀ ਦੇਸ਼ ਖੜਾ ਨਾ ਹੋ ਸਕੇ, ਇਸ ਤਰ੍ਹਾਂ ਉਸ ਦੀਆਂ ਸਾਰੀਆਂ ਸ਼ਕਤੀਆਂ ਘਟਾ ਦਿੱਤੀਆਂ ਜਾਂਦੀਆਂ ਹਨ। ਤੇ ਬਾਅਦ ਵਿੱਚ ਫਿਰ ਕੀ ਹੁੰਦਾ ਹੈ, ਬਹੁਤ ਦੇਰ ਬਾਅਦ ਐਂਡਲਫ ਦੇ ਜ਼ਖਮੀ ਹੋਣ ਤੋਂ ਬਾਅਦ ਹਿਟਲਰ ਫਿਰ ਬਾਅਦ ਵਿੱਚ ਹੌਲੀ ਹੌਲੀ ਜੋ ਦੁਬਾਰਾ ਇੱਕ ਨਵੀਂ ਸ਼ਕਤੀ ਬਣ ਕੇ ਸਾਹਮਣੇ ਆਉਂਦਾ ਹੈ, ਦੂਜਾ ਵਰਲਡ ਵਾਰ ਹੁੰਦਾ ਹੈ ਬਾਅਦ ਦੇ ਵਿੱਚ। ਸੋ ਉਸ ਦੀ ਗੱਲ ਅਸੀਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਜੋ ਸੈਕੰਡ ਵਰਲਡ ਵਾਰ ਕਿਵੇਂ ਹੁੰਦੀ ਹੈ ਸਭ ਕੁਝ। ਹੁਣ ਅਸੀਂ ਜੋ ਹੈ ਸਮਝ ਚੁੱਕੇ ਹਾਂ ਮਿੱਤਰ ਦੇਸ਼ ਤੇ ਧੁਰੀ ਦੇਸ਼। ਤੁਸੀਂ ਇੱਕ ਵਾਰੀ ਜੋ ਨੋਟ ਵੀ ਕਰ ਸਕਦੇ ਹੋ, ਮਿੱਤਰ ਦੇਸ਼ਾਂ ਦੇ ਵਿੱਚ ਰੂਸ, ਫਰਾਂਸ, ਇੰਗਲੈਂਡ, ਬੈਲਜੀਅਮ ਤੇ ਜਾਪਾਨ। ਕਿਸ ਤਰ੍ਹਾਂ ਰੂਸ ਦੇ ਨਾਲ ਪਹਿਲਾਂ ਜਾਪਾਨ ਸ਼ਾਮਲ ਹੁੰਦਾ ਹੈ ਤੇ ਬੈਲਜੀਅਮ ਦੇ ਰਸਤੇ ਤੋਂ ਹੁੰਦੇ ਹੋਏ ਬੈਲਜੀਅਮ ਦੀ ਰੱਖਿਆ ਦੇ ਲਈ ਇੰਗਲੈਂਡ ਇਸ ਦੇ ਵਿੱਚ ਜਰਮਨੀ ਵਿਰੁੱਧ ਆ ਜਾਂਦਾ ਹੈ। ਠੀਕ ਹੈ, ਫਿਰ ਬੈਲਜੀਅਮ ਦੇ ਇਸ ਦੇ ਨਾਲ ਆ ਜਾਣਾ ਤੇ ਜਾਪਾਨ ਵੀ ਇਸ ਦੇ ਧੁਰੀ ਦੇਸ਼ਾਂ ਮਿੱਤਰ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਧੁਰੀ ਦੇਸ਼ਾਂ ਦੇ ਵਿੱਚ ਆਸਟਰੀਆ, ਹੰਗਰੀ, ਜਰਮਨੀ ਤੇ ਬਾਅਦ ਵਿੱਚ ਇਟਲੀ ਜੋ ਹੈ ਉਹ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ। ਉਸਦਾ ਸਮਾਂ ਕੀ ਹੁੰਦਾ ਹੈ, ਅਪ੍ਰੈਲ 1915। ਸੋ ਇਹ ਸੀ ਮੇਨ ਇੰਪੋਰਟੈਂਟ ਜੋ ਫੈਕਟ ਤੁਹਾਨੂੰ ਸਮਝਣ ਦੀ ਲੋੜ ਸੀ, ਕਿਹੜੇ ਕਿਹੜੇ ਦੇਸ਼ ਸ਼ਾਮਲ ਹੁੰਦੇ ਹਨ। ਹੁਣ ਅਸੀਂ ਸਾਰੇ ਹੀ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਸਾਰੇ ਇੰਪੋਰਟੈਂਟ ਫੈਕਟ ਕਰਾਂਗੇ। ਜੇਕਰ ਗੱਲ ਕਰੀਏ ਪਹਿਲਾ ਵਿਸ਼ਵ ਯੁੱਧ ਜੋ ਹੈ, ਪਹਿਲਾ ਵਿਸ਼ਵ ਯੁੱਧ ਉਹ ਜੋ ਹੈ ਕਦੋਂ ਉਸ ਦੀ ਸ਼ੁਰੂਆਤ ਹੋਈ ਹੈ ਪਹਿਲੇ ਵਿਸ਼ਵ ਯੁੱਧ ਦੀ, ਤਾਂ ਪਹਿਲੇ ਵਿਸ਼ਵ ਯੁੱਧ ਦੀ ਜੋ ਸ਼ੁਰੂਆਤ ਹੋਈ ਹੈ 28 ਜੁਲਾਈ 1914 ਨੂੰ। ਠੀਕ ਹੈ, 28 ਜੂਨ ਦੇ ਵਿੱਚ ਆਰਕਡਿਊਕ ਫਰਡੀਨੈਂਡ ਦੀ ਹੱਤਿਆ ਹੁੰਦੀ ਹੈ ਤੇ ਉਸ ਤੋਂ 1 ਮੰਥ ਬਾਅਦ ਹੀ 28 ਜੁਲਾਈ ਨੂੰ 1914 ਨੂੰ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦਾ ਅੰਤ ਕਦੋਂ ਹੁੰਦਾ ਹੈ ਪਹਿਲੇ ਵਿਸ਼ਵ ਯੁੱਧ ਦਾ, ਤਾਂ 11 ਨਵੰਬਰ 1918 ਨੂੰ ਇਸ ਯੁੱਧ ਦਾ ਅੰਤ ਹੁੰਦਾ ਹੈ। ਇਹ ਯੁੱਧ ਕਦੋਂ ਤੋਂ ਕਦੋਂ ਤੱਕ ਚੱਲਦਾ ਹੈ, ਤਾਂ 1914 ਤੋਂ ਲੈ ਕੇ 1918 ਈਸਵੀ ਤੱਕ ਯੁੱਧ ਚੱਲਦਾ ਹੈ। ਕਰੀਬ 4 ਸਾਲ 3 ਮਹੀਨੇ 11 ਦਿਨ ਦਾ ਐਗਜ਼ੈਕਟ ਟਾਈਮ ਹੈ ਜਦੋਂ ਇਹ ਪਹਿਲਾ ਵਿਸ਼ਵ ਯੁੱਧ ਜੋ ਹੈ ਉਹ ਚੱਲਦਾ ਹੈ। ਕਰੀਬ 4 ਸਾਲ ਤੁਸੀਂ ਯਾਦ ਰੱਖਣੇ ਹਨ। ਇਸ ਦੇ ਨਾਲ ਹੀ ਜੇ ਐਗਜ਼ੈਕਟ ਟਾਈਮ ਦੇਖਿਆ ਜਾਵੇ 4 ਸਾਲ 3 ਮਹੀਨੇ ਤੇ 11 ਦਿਨ, ਤੇ ਇਸ ਦੇ ਵਿੱਚ ਇਸ ਨੂੰ ਸਮਾਂ ਉਸ ਤਰ੍ਹਾਂ ਮਹੀਨਿਆਂ ਦੇ ਵਿੱਚ ਕਿੰਨਾ ਲੱਗਾ ਸੀ, 52 ਮਹੀਨੇ। ਸੋ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਹੈ। ਇਸ ਦੇ ਵਿੱਚ ਕਿੰਨੇ ਦੇਸ਼ਾਂ ਨੇ ਭਾਗ ਲਿਆ, ਤਾਂ ਇਸ ਦੇ ਵਿੱਚ ਕੁੱਲ 37 ਦੇਸ਼ਾਂ ਨੇ ਭਾਗ ਲਿਆ ਸੀ। ਤਤਕਾਲੀ ਕਾਂਡ ਇਸ ਦੇ ਵਿੱਚ ਅਸੀਂ ਕਰ ਚੁੱਕੇ ਹਾਂ 28 ਜੂਨ 1914 ਨੂੰ, ਜੋ ਸਾਰਜੀਵਾ ਬੋਸਨੀਆ ਦੀ ਰਾਜਧਾਨੀ, ਇੱਥੇ ਜੋ ਹੈ ਕਤਲ ਹੋਇਆ ਸੀ ਆਰਕਡਿਊਕ ਫਰਡੀਨੈਂਡ ਤੇ ਉਸਦੀ ਪਤਨੀ ਸੋਫੀ ਚੋਟੇਕ ਦਾ। ਸੋ ਇਹ ਤਤਕਾਲੀ ਕਾਰਨ ਇਸ ਨੂੰ ਸਾਰਜੀਵਾ ਕਾਂਡ ਦੇ ਵਿੱਚ ਵੀ ਜੋ ਹੈ ਸਾਰਾ ਕਵਰ ਕਰ ਦਿੱਤਾ ਜਾਂਦਾ ਹੈ। ਸੋ ਇਹ ਤਤਕਾਲੀ ਕਾਰਨ ਬਣਿਆ ਸੀ। ਫਿਰ ਕਿਹੜੇ ਗੁੱਟਾਂ ਦੇ ਵਿੱਚ ਵੰਡ ਹੁੰਦੀ ਹੈ ਉਹ ਵੀ ਅਸੀਂ ਕਰ ਚੁੱਕੇ ਹਾਂ। ਮਿੱਤਰ ਤੇ ਧੁਰੀ 2 ਦੇਸ਼ ਬਣਦੇ ਹਨ, ਜਿਸ ਦੇ ਵਿੱਚ ਅਸੀਂ ਦੇਸ਼ਾਂ ਦੀ ਵੰਡ ਵੀ ਕਰ ਚੁੱਕੇ ਹਾਂ, ਕਿਹੜੇ ਮਿੱਤਰ ਦੇਸ਼ ਵਿੱਚ ਦੇਸ਼ ਸ਼ਾਮਲ ਹੋ ਜਾਂਦੇ ਹਨ, ਕਿਹੜੇ ਧੁਰੀ ਦੇਸ਼ ਵਿੱਚ ਸ਼ਾਮਲ ਹੋ ਜਾਂਦੇ ਹਨ। ਸੋ ਮਿੱਤਰ ਦੇਸ਼ਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਮਿੱਤਰ ਦੇਸ਼ਾਂ ਦੀ ਲਿਸਟ ਧੁਰੀ ਦੇਸ਼ਾਂ ਦੀ ਲਿਸਟ ਨਾਲੋਂ ਜ਼ਿਆਦਾ ਸੀ। ਧੁਰੀ ਦੇਸ਼ ਦੇ ਵਿੱਚ ਕੇਵਲ ਜੋ ਸੀ ਆਸਟਰੀਆ ਸੀ ਸਭ ਤੋਂ ਪਹਿਲਾਂ, ਆਸਟਰੀਆ, ਹੰਗਰੀ ਤੇ ਜਰਮਨੀ, ਇਟਲੀ ਇਸ ਦੇ ਵਿੱਚ ਜੋ ਹਨ ਮੇਨ ਹੁੰਦੇ ਹਨ। ਠੀਕ ਹੈ, ਤੇ ਮਿੱਤਰ ਦੇਸ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਸਿਰਫ ਕੀ ਹੁੰਦਾ ਹੈ, ਇਸ ਦੇ ਵਿੱਚ ਸਿਰਫ ਸਰਬੀਆ ਹੁੰਦਾ ਸੀ ਪਹਿਲਾਂ। ਠੀਕ ਹੈ, ਸਰਬੀਆ ਸੀ ਇਸ ਦੇ ਵਿੱਚ, ਤੁਸੀਂ ਯਾਦ ਰੱਖਣਾ ਹੈ। ਤੇ ਬਾਅਦ ਵਿੱਚ ਜਿਹੜੇ ਮੇਨ ਦੇਸ਼ ਇਸ ਦੇ ਵਿੱਚ ਸ਼ਾਮਲ ਹੋ ਜਾਂਦੇ ਹਨ, ਕਿਹੜੇ ਹੋ ਜਾਂਦੇ ਹਨ, ਰੂਸ ਆ ਜਾਂਦਾ ਹੈ ਸਾਹਮਣੇ, ਫਰਾਂਸ ਆ ਜਾਂਦਾ ਹੈ, ਇੰਗਲੈਂਡ ਤੇ ਜਾਪਾਨ, ਇਹ ਸਾਰੇ ਮਿੱਤਰ ਦੇਸ਼ਾਂ ਵਿੱਚ ਸ਼ਾਮਲ ਹੋ ਜਾਂਦੇ ਹਨ। ਉਸ ਤੋਂ ਬਾਅਦ ਇੰਗਲੈਂਡ ਤੇ ਰੂਸ ਦੇ ਵਿੱਚ ਸਮਝੌਤਾ ਹੁੰਦਾ ਹੈ। ਕਦੋਂ ਹੁੰਦਾ ਹੈ, ਉਸਦਾ ਟਾਈਮ ਪੀਰੀਅਡ ਹੈ 1907 ਈਸਵੀ ਨੂੰ। ਜੇਕਰ ਪੇਪਰ ਦੇ ਵਿੱਚ ਜੇਕਰ ਤੁਹਾਨੂੰ ਪੁੱਛਿਆ ਜਾਵੇ ਇੰਗਲੈਂਡ ਰੂਸ ਸਮਝੌਤਾ ਕਦੋਂ ਹੋਇਆ, ਤਾਂ 1907 ਈਸਵੀ ਦੇ ਵਿੱਚ ਹੋਇਆ। ਇਸ ਤੋਂ ਬਾਅਦ ਗੁਪਤ ਸੰਧੀ ਪ੍ਰਣਾਲੀ ਜੋ ਹੈ ਉਸਦਾ ਜਨਕ ਕਿਸ ਨੂੰ ਮੰਨਿਆ ਜਾਂਦਾ ਹੈ, ਅਸੀਂ ਪੁਆਇੰਟ ਆਫ ਵਿਊ ਦੇ ਨਾਲ ਕਰ ਚੁੱਕੇ ਹਾਂ ਮੇਨ ਰੀਜ਼ਨ ਵਾਲੀ ਵੀਡੀਓ ਦੇ ਵਿੱਚ, ਕਿ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਬਹੁਤ ਸਾਰੀਆਂ ਗੁਪਤ ਸੰਧੀਆਂ ਹੋਈਆਂ ਤੇ ਉਸਦਾ ਜਨਕ, ਉਸਦਾ ਮੇਨ ਕੌਣ ਸੀ ਜਰਮਨੀ ਦਾ, ਉਹ ਸੀ ਬਿਸਮਾਰਕ, ਜਿਸ ਨੂੰ ਗੁਪਤ ਸੰਧੀ ਪ੍ਰਣਾਲੀ ਦਾ ਜਨਕ ਮੰਨਿਆ ਜਾਂਦਾ ਹੈ। ਕੌਣ ਸੀ, ਬਿਸਮਾਰਕ। ਤੇ ਇਸ ਤੋਂ ਬਾਅਦ ਤ੍ਰਿਗੁੱਟ ਬਣਦਾ ਹੈ, ਜੋ ਅਸੀਂ ਉਸ ਨੂੰ ਵੀ ਅਸੀਂ ਕੀਤਾ ਸੀ, ਕਦੋਂ ਬਣਦਾ ਹੈ, 1882 ਈਸਵੀ ਨੂੰ ਤ੍ਰਿਗੁੱਟ ਬਣਦਾ ਹੈ, ਜਿਸ ਦੇ ਵਿੱਚੋਂ ਰੂਸ ਬਾਅਦ ਵਿੱਚ ਬਾਹਰ ਨਿਕਲ ਜਾਂਦਾ ਹੈ ਤਾਂ ਇਟਲੀ ਇਸ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਜਰਮਨੀ, ਆਸਟਰੀਆ, ਰੂਸ ਤੇ ਇਟਲੀ ਬਾਅਦ ਵਿੱਚ ਇਸ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ, ਰੂਸ ਇਸ ਵਿੱਚੋਂ ਬਾਹਰ ਹੋ ਜਾਂਦਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਸਰਬੀਆ ਦੀ ਜੋ ਗੁਪਤ ਕ੍ਰਾਂਤੀਕਾਰੀ ਸੰਸਥਾ ਕਿਹੜੀ ਸੀ। ਸਰਬੀਆ ਦੀ ਗੁਪਤ ਕ੍ਰਾਂਤੀਕਾਰੀ ਸੰਸਥਾ ਦਾ ਨਾਮ ਸੀ ਬਲੈਕ ਹੈਂਡ, ਕਾਲਾ ਹੱਥ, ਜਿਸ ਤੇ ਇਲਜ਼ਾਮ ਸੀ ਕਿ ਜੋ ਸਰਬੀਆ ਨੇ ਹੀ ਜੋ ਹੈ ਆਰਕਡਿਊਕ ਫਰਡੀਨੈਂਡ ਆਸਟਰੀਆ ਦੇ ਰਾਜਕੁਮਾਰ ਦੀ ਹੱਤਿਆ ਕਰਾਈ ਸੀ। ਸੋ ਇਹ ਗੁਪਤ ਕ੍ਰਾਂਤੀਕਾਰੀ ਸੰਸਥਾ ਸੀ ਜਿਸ ਦਾ ਨਾਂ ਕੀ ਸੀ, ਆਤੰਕਵਾਦੀ ਸੰਸਥਾ ਵੀ ਕਹਿੰਦੇ ਹਨ, ਬਲੈਕ ਹੈਂਡ, ਕਾਲਾ ਹੱਥ।
ਨੈਕਸਟ ਇੰਪੋਰਟੈਂਟ ਹੈ ਫਰਾਂਸ ਦਾ ਪ੍ਰਧਾਨ ਮੰਤਰੀ ਪਹਿਲੇ ਵਿਸ਼ਵ ਯੁੱਧ ਸਮੇਂ ਕੌਣ ਸੀ? ਤਾਂ ਪਹਿਲੇ ਵਿਸ਼ਵ ਯੁੱਧ ਸਮੇਂ ਫਰਾਂਸ ਦਾ ਪ੍ਰਧਾਨ ਮੰਤਰੀ ਸੀ ਜਾਰਜ ਕਲੀਮੈਂਸੂ। ਬਹੁਤ ਇੰਪੋਰਟੈਂਟ, ਵੈਰੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ। ਜੋ ਫਰਾਂਸ ਦਾ ਪ੍ਰਧਾਨ ਮੰਤਰੀ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਕੌਣ ਸੀ? ਤਾਂ ਜਾਰਜ ਕਲੀਮੈਂਸੂ। ਨੈਕਸਟ ਹੈ ਜਰਮਨੀ ਨੇ ਰੂਸ ਉੱਪਰ ਕਦੋਂ ਆਕਰਮਣ ਕੀਤਾ? ਹੁਣ ਜਰਮਨੀ ਨੇ ਰੂਸ 'ਤੇ ਕਦੋਂ ਆਕਰਮਣ ਕੀਤਾ ਸੀ? 1 ਅਗਸਤ 1914 ਨੂੰ। ਕਰੀਬ 28 ਜੋ ਜੁਲਾਈ ਨੂੰ ਮੇਨ ਇੰਪੋਰਟੈਂਟ ਜੋ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ 3 ਦਿਨਾਂ ਬਾਅਦ ਹੀ ਰੂਸ ਦੇ ਵਿਰੁੱਧ ਜਰਮਨੀ ਨੇ ਕੀ ਕੀਤਾ? ਆਕਰਮਣ ਕਰ ਦਿੱਤਾ, ਯੁੱਧ ਦੀ ਘੋਸ਼ਣਾ ਕਰ ਦਿੱਤੀ। ਤੇ ਜਦੋਂ ਫਰਾਂਸ ਵਿੱਚ ਆ ਜਾਂਦਾ ਹੈ ਰੂਸ ਦਾ ਮਿੱਤਰ ਦੇਸ਼ ਫਰਾਂਸ, ਤੇ ਉਸ ਦੇ ਵਿਰੁੱਧ ਵੀ ਜਰਮਨੀ ਫਿਰ ਹਮਲਾ ਕਰ ਦਿੰਦਾ ਹੈ, ਉਸ ਦੇ ਵਿਰੁੱਧ ਵੀ ਕਹਿੰਦਾ ਹੈ ਕਿ ਮੈਂ ਪਹਿਲਾਂ ਤੇਰੇ ਨਾਲ ਵੀ ਦੇਖ ਲੈਂਦਾ ਹਾਂ। ਤਾਂ 1 ਅਗਸਤ ਤੋਂ ਬਾਅਦ 2 ਦਿਨਾਂ ਬਾਅਦ ਹੀ 3 ਅਗਸਤ ਨੂੰ ਫਰਾਂਸ ਦੇ ਵਿਰੁੱਧ ਜੋ ਹੈ ਯੁੱਧ ਦੀ ਘੋਸ਼ਣਾ ਹੋ ਜਾਂਦੀ ਹੈ। ਤੇ ਜਦੋਂ ਬੈਲਜੀਅਮ ਦੇ ਰਸਤੇ ਹੁੰਦੇ ਹੋਏ ਬੈਲਜੀਅਮ ਦੀ ਰੱਖਿਆ ਲਈ ਇੰਗਲੈਂਡ ਸਾਹਮਣੇ ਆਉਂਦਾ ਹੈ ਤਾਂ 8 ਅਗਸਤ 1914 ਨੂੰ ਜਰਮਨੀ ਜੋ ਹੈ ਉਹ ਈਗੋ ਦੇ ਵਿੱਚ ਆ ਕੇ ਆਪਣੀ ਪਾਵਰਫੁਲ ਫੋਰਸ ਦੇ ਉੱਤੇ, ਪਾਵਰਫੁਲ ਜੋ ਹੈ ਆਪਣੀਆਂ ਸ਼ਕਤੀਆਂ ਨੂੰ ਦੇਖਦੇ ਹੋਏ ਉਹ ਇੰਗਲੈਂਡ ਨੂੰ ਵੀ ਕੁਛ ਨਹੀਂ ਸਮਝਦਾ, ਉਸ ਦੇ ਵਿਰੁੱਧ ਵੀ ਜੋ ਹੈ ਯੁੱਧ ਦਾ ਜੋ ਹੈ ਐਲਾਨ ਕਰ ਦਿੰਦਾ ਹੈ, ਹਮਲਾ ਕਰ ਦਿੰਦਾ ਹੈ। ਤਾਂ ਉਹ ਸਮਾਂ ਤੁਸੀਂ ਯਾਦ ਰੱਖਣਾ ਹੈ 8 ਅਗਸਤ। ਸੋ 1 ਅਗਸਤ ਨੂੰ ਰੂਸ ਦੇ ਵਿਰੁੱਧ, 3 ਅਗਸਤ ਨੂੰ ਫਰਾਂਸ ਦੇ ਵਿਰੁੱਧ ਤੇ ਇੰਗਲੈਂਡ ਦੇ ਵਿਰੁੱਧ 8 ਅਗਸਤ ਨੂੰ। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਤੁਹਾਨੂੰ ਫੈਕਟ ਪੁੱਛਿਆ ਜਾ ਸਕਦਾ ਹੈ, ਸਾਰੇ ਹੀ ਵੈਰੀ ਇੰਪੋਰਟੈਂਟ ਹਨ। ਇਸ ਦੇ ਨਾਲ ਹੀ ਪਹਿਲੇ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ? ਤਾਂ ਵੁਡਰੋ ਵਿਲਸਨ। ਠੀਕ ਹੈ, ਜੇਕਰ ਅਸੀਂ ਫਰਾਂਸ ਦਾ ਪ੍ਰਧਾਨ ਮੰਤਰੀ ਕੀਤਾ ਤਾਂ ਜਾਰਜ ਕਲੇਮੈਂਸੂ, ਅਮਰੀਕਾ ਦਾ ਰਾਸ਼ਟਰਪਤੀ ਵੁਡਰੋ ਵਿਲਸਨ। ਸਾਰੇ ਹੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਫਰੈਂਡਸ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਹੈ। ਇਸ ਦੇ ਨਾਲ ਨੈਕਸਟ ਕੁਐਸਚਨ ਕਰਦੇ ਹਾਂ, ਜੋ ਅਮਰੀਕਾ ਯੁੱਧ ਦੇ ਵਿੱਚ ਕਦੋਂ ਸ਼ਾਮਲ ਹੋਇਆ? ਜੋ ਅਮਰੀਕਾ ਹੈ ਨਾ, ਅਮਰੀਕਾ ਯੁੱਧ ਦੇ ਵਿੱਚ ਬਹੁਤ ਦੇਰ ਬਾਅਦ ਜੋ ਹੈ ਉਹ ਸ਼ਾਮਲ ਹੁੰਦਾ ਹੈ। ਜੇਕਰ ਮਿੱਤਰ ਦੇਸ਼ਾਂ ਦੀ ਪੂਰੀ ਅਸੀਂ ਲਿਸਟ ਦੇਖੀਏ ਤਾਂ ਇਸ ਦੇ ਵਿੱਚ ਸਰਬੀਆ ਸੀ, ਰੂਸ ਸੀ, ਫਰਾਂਸ ਸੀ ਤੇ ਇੰਗਲੈਂਡ ਸੀ। ਇਹ ਮੇਨ ਸੀ ਪਹਿਲਾਂ। ਇਸ ਦੇ ਵਿੱਚ ਇੰਗਲੈਂਡ ਜੋ ਹੈ ਬੈਲਜੀਅਮ ਦੀ ਰੱਖਿਆ ਲਈ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਬੈਲਜੀਅਮ ਵੀ ਇਸ ਦੇ ਵਿੱਚ ਹੈ। ਠੀਕ ਹੈ, ਤੇ ਜਾਪਾਨ ਵੀ ਇਸ ਦੇ ਵਿੱਚ ਜੋ ਹੈ ਮਿੱਤਰ ਦੇਸ਼ਾਂ ਦੇ ਵਿੱਚ। ਤੇ ਬਾਅਦ ਵਿੱਚ ਇਸ ਦੇ ਵਿੱਚ ਅਮਰੀਕਾ ਆ ਕੇ ਸ਼ਾਮਲ ਹੋ ਜਾਂਦਾ ਹੈ, ਜੋ ਬਾਅਦ ਵਿੱਚ ਇੱਕ ਸੁਪਰ ਪਾਵਰ ਬਣਦਾ ਹੈ। ਉਹ ਕਦੋਂ ਸ਼ਾਮਲ ਹੁੰਦਾ ਹੈ ਤਾਂ ਤੁਹਾਨੂੰ ਇਹ ਇੰਪੋਰਟੈਂਟ ਫੈਕਟ ਯਾਦ ਰੱਖਣਾ ਪੈਣਾ ਹੈ, ਬਹੁਤ ਹੀ ਇੰਪੋਰਟੈਂਟ ਹੈ। ਇਹ ਸ਼ਾਮਲ ਹੁੰਦਾ ਹੈ 6 ਅਪ੍ਰੈਲ 1917 ਨੂੰ। ਬਹੁਤ ਹੀ ਇੰਪੋਰਟੈਂਟ ਇਹ ਟਾਈਮ ਹੈ ਜਦੋਂ ਅਮਰੀਕਾ ਇਸ ਦੇ ਵਿੱਚ ਸ਼ਾਮਲ ਜੋ ਹੈ ਹੋ ਜਾਂਦਾ ਹੈ ਮਿੱਤਰ ਦੇਸ਼ਾਂ ਦੇ ਵਿੱਚ। ਤੇ ਇਸ ਤੋਂ ਬਾਅਦ ਹੀ ਜੋ ਇਟਲੀ ਮਿੱਤਰ ਰਾਸ਼ਟਰ ਦੇ ਪੱਖੋਂ ਯੁੱਧ ਵਿੱਚ ਕਦੋਂ ਸ਼ਾਮਲ ਹੁੰਦਾ ਹੈ? ਜੋ ਇਟਲੀ ਜੋ ਸ਼ਾਮਲ ਹੁੰਦਾ ਹੈ ਨਾ, ਉਹ ਧੁਰੀ ਦੇਸ਼ਾਂ ਦੇ ਪੱਖੋਂ ਸ਼ਾਮਲ ਹੁੰਦਾ ਹੈ। ਠੀਕ ਹੈ, ਤੇ ਬਾਅਦ ਵਿੱਚ ਉਹ ਕੀ ਕਰਦਾ ਹੈ? ਆਪਣਾ ਪਾਲਾ ਬਦਲ ਦਿੰਦਾ ਹੈ। ਉਹ ਧੁਰੀ ਦੇਸ਼ਾਂ ਨੂੰ ਛੱਡ ਕੇ ਉਹ ਵੀ ਕਿੱਧਰ ਆ ਜਾਂਦਾ ਹੈ? ਮਿੱਤਰ ਦੇਸ਼ਾਂ ਦੇ ਵਿੱਚ। ਸੋ ਇਸ ਤਰ੍ਹਾਂ ਫੈਕਟ ਤੁਹਾਨੂੰ ਪੁੱਛ ਲਿਆ ਜਾ ਸਕਦਾ ਕਿ ਮਿੱਤਰ ਦੇਸ਼ਾਂ ਦੇ ਵਿੱਚ ਇਟਲੀ ਕਦੋਂ ਸ਼ਾਮਲ ਹੋ ਜਾਂਦਾ ਹੈ। ਠੀਕ ਹੈ, ਧੁਰੀ ਦੇਸ਼ਾਂ ਦਾ ਸਾਥ ਇਟਲੀ ਛੱਡ ਦਿੰਦਾ ਹੈ ਤੇ ਬਾਅਦ ਵਿੱਚ ਮਿੱਤਰ ਦੇਸ਼ਾਂ ਦੇ ਪੱਖ ਵਿੱਚ ਆ ਜਾਂਦਾ ਹੈ। ਸੋ ਕਦੋਂ ਆਉਂਦਾ ਹੈ? ਤਾਂ 26 ਅਪ੍ਰੈਲ 1915 ਈਸਵੀ ਨੂੰ ਜੋ ਹੈ ਮਿੱਤਰ ਦੇਸ਼ਾਂ ਦੇ ਜੋ ਵੱਲ ਇਟਲੀ ਜੋ ਹੈ ਉਹ ਆ ਜਾਂਦਾ ਹੈ। ਤੇ ਇਸ ਦੇ ਨਾਲ ਹੀ ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਲਾਰਡ ਜਾਰਜ। ਲਾਰਡ ਜਾਰਜ ਸੀ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ। ਅਸੀਂ ਫਰਾਂਸ ਦਾ ਪ੍ਰਧਾਨ ਮੰਤਰੀ ਵੀ ਕੀਤਾ ਹੈ, ਫਰਾਂਸ ਦਾ ਪ੍ਰਧਾਨ ਮੰਤਰੀ ਸੀ ਜਾਰਜ ਕਲੀਮੈਂਸੂ। ਅਮਰੀਕਾ ਦਾ ਰਾਸ਼ਟਰਪਤੀ ਸੀ ਵੁਡਰੋ ਵਿਲਸਨ। ਤੇ ਇਸ ਦੇ ਨਾਲ ਹੀ ਜੋ ਇੰਗਲੈਂਡ ਦਾ ਪਹਿਲੇ ਵਿਸ਼ਵ ਯੁੱਧ ਸਮੇਂ ਪ੍ਰਧਾਨ ਮੰਤਰੀ ਕੌਣ ਸੀ? ਲਾਰਡ ਜਾਰਜ। ਠੀਕ ਹੈ, ਇਸ ਤੋਂ ਬਾਅਦ 1917 ਵਿੱਚ ਪੁੱਛਿਆ ਜਾ ਸਕਦਾ ਹੈ ਕਿਹੜਾ ਦੇਸ਼ ਪਹਿਲੇ ਵਿਸ਼ਵ ਯੁੱਧ ਤੋਂ ਅਲੱਗ ਹੋ ਗਿਆ? ਪਹਿਲੇ ਵਿਸ਼ਵ ਯੁੱਧ ਦੇ ਵਿੱਚੋਂ ਦੇਸ਼ ਅਲੱਗ ਹੋ ਗਿਆ ਸੀ, ਉਹ ਦੇਸ਼ ਸੀ ਰੂਸ। ਠੀਕ ਹੈ, ਜੋ 1917 ਈਸਵੀ ਦੇ ਵਿੱਚ ਜੋ ਸੀ ਉਹ ਪਹਿਲੇ ਵਿਸ਼ਵ ਯੁੱਧ ਦੇ ਵਿੱਚੋਂ ਅਲੱਗ ਹੋ ਗਿਆ ਸੀ 1 ਸਾਲ ਪਹਿਲਾਂ ਹੀ। ਇਸ ਦੇ ਨਾਲ ਹੀ ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਵਰਸਾਏ ਦੀ ਸੰਧੀ ਦੇ ਫਲਸਰੂਪ ਕਿਸ ਮਹਾਦੇਸ਼ ਦਾ ਜੋ ਮਾਨਚਿੱਤਰ ਬਦਲ ਗਿਆ ਸੀ? ਤਾਂ ਯੂਰਪ ਸੀ। ਵਰਸਾਏ ਦੀ ਸੰਧੀ ਤੋਂ ਬਾਅਦ ਇਸ ਦੀਆਂ ਜੋ ਹਨ ਬਿਲਕੁਲ ਮਾਨਚਿੱਤਰ ਬਦਲ ਗਿਆ ਸੀ। ਪਹਿਲੇ ਵਿਸ਼ਵ ਯੁੱਧ ਦਾ ਸਿੱਟਾ ਵੀ ਇਹ ਸੀ ਕਿ ਸਾਰੀ ਯੂਰਪ ਦੀਆਂ ਸੀਮਾਵਾਂ ਜੋ ਸਨ ਫਿਰ ਤੋਂ ਨਿਰਧਾਰਿਤ ਹੋ ਗਈਆਂ ਸਨ। ਠੀਕ ਹੈ, ਸੋ ਵਰਸਾਏ ਦੀ ਸੰਧੀ ਦੇ ਨਾਲ ਕੀ ਹੋਇਆ? ਕਿਹੜੇ ਮਹਾਦੇਸ਼ ਦਾ ਮਾਨਚਿੱਤਰ ਬਦਲਿਆ? ਤਾਂ ਯੂਰਪ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਮਾਰਕਸ ਕਿੱਥੋਂ ਦੇ ਰਹਿਣ ਵਾਲੇ ਸਨ? ਤਾਂ ਮਾਰਕਸ ਜੋ ਸਨ ਉਹ ਜਰਮਨੀ ਦੇ ਰਹਿਣ ਵਾਲੇ ਸਨ। ਠੀਕ ਹੈ, ਪੈਰਿਸ ਸੰਮੇਲਨ ਕਦੋਂ ਹੋਇਆ? ਤਾਂ ਪੈਰਿਸ ਸੰਮੇਲਨ ਦਾ ਸਮਾਂ ਹੈ 18 ਜੂਨ 1919। ਪੈਰਿਸ ਸੰਮੇਲਨ ਹੋਇਆ ਸੀ ਇਹ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ। ਠੀਕ ਹੈ, ਇਸ ਦੇ ਨਾਲ ਹੀ ਜੋ ਹੈ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਕੌਣ ਸੀ? ਇੰਗਲੈਂਡ ਦਾ। ਠੀਕ ਹੈ, ਅਸੀਂ ਕਰ ਚੁੱਕੇ ਹਾਂ
कौन सी? लॉर्ड जॉर्ज। ठीक है, इसनों तुसी ध्यान दे विच रखना है। वरसाई दी संधि होई कदों सी? तां वरसाई दी संधि 28 जून 1919 ईस्वी नूं होई सी, जिस दे नाल की होया, जो महादेश यूरोप है उसका बिल्कुल ही तख्ता पलट गया सी, एक मानचित्र वो बदल गया सी। हुण असीं नैक्सट इंपॉर्टेंट फैक्ट करते हैं। इंपॉर्टेंट क्वेश्चन है, जेकर पुछया जाए सब तो वड्डी सैना किस दे कोल सी? पहले विश्व युद्ध जो होया सब तो वड्डी सैना किसने रखी सी? तां रूस सी। जो हथियार सी, परमाणु बंब, सारा कुछ जर्मनी दे कोल, सैना, नौसैना, सब तो वड्डा जहाज सी, कर चुके ऑपरेटर, सारा कुछ वो जर्मनी दे कोल सी। जेकर एक सैना पुछी जाए ना, सब तो वड्डी फोर्स सैना किस दे कोल सी, तो वो देश होएगा रूस। ठीक है, तो इस दे नाल ही नैक्सट इंपॉर्टेंट फैक्ट है, अंतरराष्ट्रीय खेत्र विच पहले विश्व युद्ध का योगदान। ठीक है, की रहा सी, की सिट्टा निकलिया सी जो अंतरराष्ट्रीय खेत्र दे विच पहले विश्व युद्ध ने की छाप छड्डी, तो इस दे विच की होया, राष्ट्र संघ की स्थापना हो जाती है। ठीक है, राष्ट्र संघ की स्थापना हो जाती है, पर अफसोस कि ये ज़्यादा पावरफुल नहीं बन के रह पाता, क्योंकि इस तो बाद फिर सैकेंड वर्ल्ड वॉर की नौबत भी आ जाती है। ठीक है, सो ये एक मेन योगदान तो रहा सी कि इस तो बाद राष्ट्र संघ की स्थापना हुई। नैक्सट इंपॉर्टेंट फैक्ट है, जर्मनी नूं किन्ना हरजाना होया? क्योंकि जर्मनी जो सी इस युद्ध विच बहुत ज़्यादा नुकसान होया, जर्मनी देश हारिया सी, तो इसनूं करीब 6 अरब 50 करोड़ का हरजाना लगा दिता गया सी, जिस दे विचों उसने जिहड़े जो जिन्नी संख्या विच लोग मरे उन्हां दे घर वालियां नूं हरजाना भी देना सी। ठीक है, फिर उसने जो है अपनी शक्ति नूं भी घट करना सी, ते जेकर असीं रकम देखी जाए हरजाने की किन्नी सी, तां 6 अरब 50 करोड़ के आस पास जो सी जर्मनी नूं हरजाना लगाया गया। जर्मनी की सीक्रेट पुलिस का कमांडर कौन सी? जेकर तुहानूं पेपर दे विच पुछ लिया जाए तो ये सी हेनरिच हिमलर। ठीक है, जर्मनी की सीक्रेट पुलिस का कमांडर सी ये हेनरिच हिमलर। नैक्सट इंपॉर्टेंट है, पूछ लिया जा सकता है पेपर दे विच, फासिस्ट किस नाम के नाल जाने जाते सन? फासिस्ट शब्द है किस नाम के नाल जाने जाते सन? तो इन्हां नूं कहा जांदा सी काली कमीज। फासिस्टां नूं काली कमीज के नाम के नाल जानिया जांदा सी। नैक्सट इंपॉर्टेंट क्वेश्चन है, पहले विश्व युद्ध तो बाद किसका शासन होया? पहले विश्व युद्ध तो बाद शासन किसका हुंदा है? तो जार का शासन हुंदा है। ठीक है, तो नैक्सट इंपॉर्टेंट है, अंध महादीप किसनूं कहा जाता है? असीं 2 देश कीते सन जदों असीं उद्योगिक क्रांति वाला साम्राज्य विचारधारा वाला रीजन कीता सी प्रीवियस वीडियो दे विच। एक पासे सी एशिया ते एक पासे सी अफ्रीका। इन्हां दे विच गरीबी, भुखमरी ते बहुत ज़्यादा ये देश पिछे सन, ते जिन्ने भी देश बाद विच जो होए, फ्रांस, डच, ठीक है, फ्रांसीसी, डच, पुर्तगाली, अंग्रेजी, ये सारे ही जिमें जिमें आए उन्होंने इत्थे अपनियां बस्तियां, इत्थे अपने उपनिवेश जो हैं वो स्थापित करने शुरू कर दिते, वपारक पक्षों अपना जो है लाभ देखा। पर अफ्रीका दे विच अजे भी इन्ना ज़्यादा विकास नहीं होया, इस करके अफ्रीका नूं जो है अंध महादीप कहा जाता है। तो इसका तुसीं ध्यान विच रखना है, जेकर पुछ लिया जाए किहड़ा देश अंध महादीप, तां अफ्रीका। नैक्सट इंपॉर्टेंट फैक्ट है, बर्लिन सम्मेलन कदों होया? बर्लिन सम्मेलन का समा पूछा जा सकता है, तो 1884-85 ईस्वी विच बर्लिन सम्मेलन होया। इटली का पूर्ण एकीकरण कदों होया? जेकर पूर्ण एकीकरण इटली का पूछा जाए तो समा है 1870। इटली का जिस दे विच 1870 ईस्वी दे विच पूरा एकीकरण समझा जाता है, पूरा एकीकरण मन्निया जाता है। नैक्सट इंपॉर्टेंट है, फ्रांस ते जर्मनी के संबंध किस संकट कारण बिगड़े? जो फ्रांस ते जर्मनी के संबंध बिगड़े सन, एक दूजे के दुश्मन बन गए सन, संबंध बिगड़े किस संकट के कारण? तो मोरक्को का संकट सी। ये मोरक्को का संकट आया कदों है? तो इसका टाइम पीरियड तुसीं देख सकते हो, मोरक्को संकट का 1905 दे विच, ते ये मई 1906 ईस्वी तक चलिया, तो 1911 ईस्वी दे विच मोरक्को संकट दोबारा आता है। सो इस दे कारण फ्रांस ते जर्मनी के जो संबंध हैं वो बिगड़ जाते हैं। नैक्सट इंपॉर्टेंट फैक्ट है, अफीम युद्ध किहनां विच जो है कदों होया? तो अफीम युद्ध जो है 1840 ईस्वी दे विच, 2 साला अफीम युद्ध सी। ठीक है, इसनूं तुसीं याद रखना है, अफीम युद्ध का समा 1840, 2 सालां दा अफीम युद्ध सी। नैक्सट है, नॉन किंग संधि किहदे विच होई? तो इंग्लैंड ते चीन दे विच जो है नॉन किंग की संधि हुई। नैक्सट इंपॉर्टेंट है, रूस जापान युद्ध कदों होया? तो 1904 ईस्वी दे विच रूस जापान युद्ध होया। ये सारे ही इंपॉर्टेंट फैक्ट तुसीं याद रखने हैं एग्जाम पॉइंट ऑफ व्यू दे नाल। सारे ही मैं इंपॉर्टेंट फैक्ट बिना किसी ऑप्शन तो तुहानूं करवाए हैं, तां जो तुसीं बिल्कुल एक करैक्ट अंडरस्टैंडिंग इन्हां फैक्ट दी लै सको।
ਸੋ ਨੈਕਸਟ ਹੈ ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਇੰਗਲੈਂਡ ਦਾ ਬਾਦਸ਼ਾਹ ਕੌਣ ਬਣਦਾ ਹੈ? ਤਾਂ ਇਹ ਬਾਦਸ਼ਾਹ ਬਣਦਾ ਹੈ ਐਡਵਰਡ 7ਵਾਂ। ਮਹਾਰਾਣੀ ਵਿਕਟੋਰੀਆ ਦੀ ਮੌਤ ਤੋਂ ਬਾਅਦ ਇੰਗਲੈਂਡ ਦਾ ਬਾਦਸ਼ਾਹ ਕੌਣ ਬਣਦਾ ਹੈ? ਤਾਂ ਐਡਵਰਡ 7ਵਾਂ। ਨੈਕਸਟ ਅਸੀਂ ਜੋ ਕਰ ਚੁੱਕੇ ਹਾਂ, ਮੋਰਾਕੋ ਸੰਕਟ ਆਇਆ ਕਦੋਂ ਹੈ, ਕਿੰਨੇ ਤੋਂ ਕਿੰਨੇ ਰਿਹਾ ਹੈ, ਠੀਕ ਹੈ, ਜਿਸ ਦੇ ਕਾਰਨ ਜਰਮਨੀ ਤੇ ਫਰਾਂਸ ਦੇ ਜੋ ਸੰਬੰਧ ਵਿਗੜੇ 1905 ਮਈ 1906 ਤੱਕ ਚੱਲਿਆ ਤੇ ਦੁਬਾਰਾ ਫਿਰ ਇਹ ਮੋਰਾਕੋ ਸੰਕਟ ਆਉਂਦਾ ਹੈ 1911 ਈਸਵੀ ਦੇ ਵਿੱਚ। ਨੈਕਸਟ ਹੈ ਰਾਸ਼ਟਰ ਸੰਘ ਦੇ ਮੈਂਬਰਾਂ ਦੀ ਸ਼ੁਰੂ ਵਿੱਚ ਗਿਣਤੀ ਕਿੰਨੀ ਸੀ? ਰਾਸ਼ਟਰ ਸੰਘ ਦੇ ਵਿੱਚ ਕਿੰਨੇ ਮੈਂਬਰ ਸ਼ੁਰੂ ਵਿੱਚ ਜੋ ਹਨ ਇਸ ਦੇ ਵਿੱਚ ਜੁੜਦੇ ਹਨ ਤੇ ਇਹਨਾਂ ਮੈਂਬਰਾਂ ਦੀ ਗਿਣਤੀ ਹੁੰਦੀ ਹੈ 32, ਠੀਕ ਹੈ, 32 ਇਹਨਾਂ ਦੀ ਗਿਣਤੀ ਹੁੰਦੀ ਹੈ ਰਾਸ਼ਟਰ ਸੰਘ ਦੇ ਮੈਂਬਰਾਂ ਦੀ ਗਿਣਤੀ ਸ਼ੁਰੂ ਦੇ ਵਿੱਚ। ਰੂਸ ਰਾਸ਼ਟਰ ਸੰਘ ਦਾ ਮੈਂਬਰ ਕਦੋਂ ਬਣਦਾ ਹੈ? ਤਾਂ ਰੂਸ 1934 ਈਸਵੀ ਦੇ ਵਿੱਚ ਜੋ ਹੈ ਰਾਸ਼ਟਰ ਸੰਘ ਦਾ ਮੈਂਬਰ ਬਣਦਾ ਹੈ। ਨੈਕਸਟ ਇੰਪੋਰਟੈਂਟ ਹੈ ਰਾਸ਼ਟਰ ਸੰਘ ਦਾ ਮੈਂਬਰ ਕਿਹੜਾ ਦੇਸ਼ ਨਹੀਂ ਬਣਦਾ? ਤਾਂ ਰਾਸ਼ਟਰ ਸੰਘ ਦਾ ਜੋ ਮੈਂਬਰ ਹੈ ਅਮਰੀਕਾ, ਅਮਰੀਕਾ ਇਸ ਦਾ ਜੋ ਹੈ ਮੇਨ ਇੰਪੋਰਟੈਂਟ ਹੈ ਕਿ ਇਹ ਰਾਸ਼ਟਰ ਸੰਘ ਦਾ ਮੈਂਬਰ ਜੋ ਹੈ ਉਹ ਨਹੀਂ ਬਣਦਾ ਹੈ, ਠੀਕ ਹੈ। ਸੋ ਮੇਨ ਇੰਪੋਰਟੈਂਟ ਇਹ ਸਾਰੇ ਹੀ ਫੈਕਟਸ ਹਨ ਜਿਸ ਦੇ ਵਿੱਚ ਤੁਸੀਂ ਧਿਆਨ ਦੇ ਵਿੱਚ ਇਹ ਸਾਰੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਯਾਦ ਰੱਖਣੇ ਹਨ। ਪਹਿਲੇ ਮਹਾਯੁੱਧ ਤੋਂ ਪਹਿਲਾਂ ਨਵੀਆਂ ਸੰਧੀਆਂ ਦਾ ਮੋਢੀ, ਇਹ ਦੁਬਾਰਾ ਤੋਂ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਹ ਹੈ ਬਿਸਮਾਰਕ ਜੋ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਨਵੀਆਂ ਸੰਧੀਆਂ ਦਾ ਜੋ ਹੈ ਮੋਢੀ ਬਣਦਾ ਹੈ। ਸੋ ਇਹ ਸੀ ਅੱਜ ਦੇ ਸਾਰੇ ਹੀ ਇੰਪੋਰਟੈਂਟ ਫੈਕਟ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਫਸਟ ਵਰਲਡ ਵਾਰ ਦੇ ਨਾਲ ਰਿਲੇਟਡ। ਆਈ ਹੋਪ ਫਰੈਂਡਸ ਇਹ ਸਾਰੀਆਂ ਜੋ ਵੀਡੀਓਜ਼ ਹਨ ਇਹ ਤੁਹਾਡੇ ਲਈ ਹੈਲਪਫੁਲ ਹੋਣਗੀਆਂ। ਤੁਸੀਂ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਆਪਣੀ ਟੌਪਿਕ ਦੇ ਨਾਲ ਰਿਲੇਟਡ ਅੰਡਰਸਟੈਂਡਿੰਗ ਕਰ ਸਕਦੇ ਹੋ, ਐਗਜ਼ਾਮ ਦੀ ਪ੍ਰੈਪਰੇਸ਼ਨ ਵਧੀਆ ਕਰ ਸਕਦੇ ਹੋ। ਸੋ ਇਸ ਦਾ ਅਸੀਂ ਕੋਸ਼ਿਸ਼ ਕਰਾਂਗੇ ਪਾਰਟ 3 ਵੀ ਲੈ ਕੇ ਆਵਾਂਗੇ ਜਿਸ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਜੋ ਸਾਰੇ ਪ੍ਰਭਾਵਾਂ ਨੂੰ ਅਸੀਂ ਕੰਬਾਈਨ ਕਰਾਂਗੇ, ਇਕੱਠੇ ਕਰਾਂਗੇ ਤਾਂ ਜੋ ਤੁਸੀਂ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕੋਈ ਵੀ ਫੈਕਟ ਕਦੇ ਵੀ ਪੇਪਰ ਦੇ ਵਿੱਚ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਭੁੱਲੋ ਨਾ, ਤਾਂ ਲੌਂਗ ਟਾਈਮ ਤੱਕ ਇਸ ਨੂੰ ਜੋ ਹੈ ਕੰਸੈਪਟ ਨੂੰ ਯਾਦ ਰੱਖ ਸਕੋ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਫਰੈਂਡਸ। ਤੁਸੀਂ ਇਸ ਦੇ ਲਈ ਜੋ ਹੈ ਮੋਟੀਵੇਸ਼ਨ ਦੇ ਲਈ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਸੋ ਇਸ ਦੇ ਨਾਲ ਕਮੈਂਟ ਕਰਕੇ ਫਰੈਂਡਸ ਜ਼ਰੂਰ ਦੱਸਣਾ ਹੈ ਵੀਡੀਓ ਕਿਵੇਂ ਦੀ ਲੱਗੀ, ਕਿਵੇਂ ਤੁਹਾਨੂੰ ਹੈਲਪ ਮਿਲੀ ਹੈ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ, ਥੈਂਕ ਯੂ।